ਇਤਿਹਾਸ ਵਿੱਚ ਨਾ ਕਈ ਕਹਾਣੀਆਂ ਅਜਿਹੀਆਂ ਹੁੰਦੀਆਂ ਨੇ ਜੋ ਕਿਤਾਬਾਂ ਦੇ ਪੰਨਿਆਂ ਵਿੱਚ ਕਿਤੇ ਗੁਆ ਜਾਂਦੀਆਂ ਨੇ। ਅੱਜ ਆਪਾਂ ਗੱਲ ਕਰਾਂਗੇ ਭਾਰਤ ਦੇ ਇਤਿਹਾਸ ਦੀ ਇੱਕ ਅਜਿਹੀ ਹੀ ਕਹਾਣੀ ਦੀ ਜਿਸ ਬਾਰੇ ਬਹੁਤ ਘੱਟ ਗੱਲ ਹੁੰਦੀ ਹੈ, ਗੁਰੂ ਕੇ ਬਾਗ ਮੋਰਚੇ ਦੀ। ਇਹ ਕਹਾਣੀ ਹੈ ਹਿੰਮਤ, ਅਣਖ ਅਤੇ ਸਿਦਕ ਦੀ। ਜ਼ਰਾ ਸੋਚ ਕੇ ਦੇਖੋ, ਕੀ ਹੋਵੇਗਾ ਜਦੋਂ ਕਿਸੇ ਸਾਮਰਾਜ ਦੇ ਸਭ ਤੋਂ ਪੱਕੇ, ਸਭ ਤੋਂ ਵਫਾਦਾਰ ਸਿਪਾਹੀ ਹੀ ਉਹਦੇ ਖਿਲਾਫ ਖੜੇ ਹੋ ਜਾਣ। ਇਹ ਸਵਾਲ ਹੀ ਇਸ ਪੂਰੀ ਕਹਾਣੀ ਦਾ ਦਿਲ ਹੈ। ਇੱਥੇ ਵਫਾਦਾਰੀ, ਧਰਮ, ਅਣਖ ਸਭ ਕੁਝ ਦਾਅ ਤੇ ਲੱਗਿਆ ਹੋਇਆ ਸੀ। ਚਲੋ ਫਿਰ ਇਸ ਕਹਾਣੀ ਦੀਆਂ ਪਰਤਾਂ ਖੋਲਦੇ ਹਾਂ। ਗੱਲ ਹੈ 1922 ਦੀ। ਪੰਜਾਬ ਦੀ ਹਵਾ 'ਚ ਨਾ ਇੱਕ ਵੱਖਰੀ ਹੀ ਗਰਮੀ ਸੀ। ਗੁਰਦੁਆਰਾ ਸੁਧਾਰ ਲਹਿਰ ਪੂਰੇ ਜ਼ੋਰਾਂ ਦੇ ਸੀ ਤੇ ਐਸੇ ਮਾਹੌਲ 'ਚ ਇੱਕ ਨਿੱਕੀ ਜਿਹੀ ਗੱਲ, ਮਤਲਬ ਲੱਕੜਾਂ ਨੂੰ ਲੈ ਕੇ ਇੱਕ ਝਗੜਾ ਇੰਨਾ ਵੱਡਾ ਹੋ ਗਿਆ ਕਿ ਉਸਨੇ ਇਤਿਹਾਸ ਦਾ ਰੁਖ ਹੀ ਬਦਲ ਦਿੱਤਾ। ਤਾਂ ਗੁਰੂ ਕਾ ਬਾਗ ਮੋਰਚਾ ਸੀ ਕੀ? ਦੇਖੋ, ਗੱਲ ਬੜੀ ਸਿੱਧੀ ਜਿਹੀ ਸੀ। ਗੁਰਦੁਆਰੇ ਦੀ ਜ਼ਮੀਨ ਤੋਂ ਲੰਗਰ ਵਾਸਤੇ ਲੱਕੜਾਂ ਕੱਟਣ ਦਾ ਹੱਕ, ਬਸ ਇੰਨੇ ਕੋਈ ਗੱਲ। ਪਰ ਇਹ ਸਿਰਫ ਲੱਕੜਾਂ ਦੀ ਗੱਲ ਨਹੀਂ ਸੀ, ਇਹ ਗੱਲ ਸੀ ਸੇਵਾ ਦੇ ਹੱਕ ਦੀ, ਗੁਰੂ ਦੇ ਲੰਗਰ ਨੂੰ ਚੱਲਦਾ ਰੱਖਣ ਦੀ। ਇਸ ਮਾਮਲੇ 'ਚ ਦੋ ਤਰ੍ਹਾਂ ਆਮੋ ਸਾਹਮਣੇ ਸਨ। ਇੱਕ ਪਾਸੇ ਸੀ ਉੱਥੋਂ ਦਾ ਮਹੰਤ, ਜਿਸ ਨੂੰ ਅੰਗਰੇਜ਼ ਸਰਕਾਰ ਦੀ ਪੂਰੀ ਸ਼ਹਿ ਸੀ, ਤੇ ਦੂਜੇ ਪਾਸੇ ਸੀ ਸਿੱਖ ਸੰਗਤ, ਬਿਲਕੁਲ ਨਿਹੱਥੀ, ਜਿਹੜੀ ਸਿਰਫ ਆਪਣਾ ਧਾਰਮਿਕ ਹੱਕ ਮੰਗ ਰਹੀ ਸੀ। ਇੱਥੇ ਕਹਾਣੀ 'ਚ ਇੱਕ ਬਹੁਤ ਵੱਡਾ ਮੋੜ ਆਉਂਦਾ ਹੈ। ਐਂਟਰੀ ਹੁੰਦੀ ਹੈ ਸੂਬੇਦਾਰ ਗੰਡਾ ਸਿੰਘ ਦੇ। ਇੱਕ ਫੌਜੀ ਤੇ ਇੱਕ ਧਾਰਮਿਕ ਮੋਰਚਾ। ਆਖਿਰ ਇੱਕ ਸਿਪਾਹੀ ਦੇ ਇਸ ਸੰਘਰਸ਼ ਆਉਣ ਨਾਲ ਇੰਨਾ ਕੁਝ ਕਿਵੇਂ ਬਦਲ ਗਿਆ? ਚਲੋ ਦੇਖਦੇ ਹਾਂ। ਦੇਖੋ, ਸੂਬੇਦਾਰ ਗੰਡਾ ਸਿੰਘ ਘੁਣਿਆਲ ਕੋਈ ਆਮ ਪ੍ਰਦਰਸ਼ਨਕਾਰੀ ਨਹੀਂ ਸਨ। ਉਹ ਤਾਂ ਬ੍ਰਿਟਿਸ਼ ਇੰਡੀਅਨ ਆਰਮੀ ਦੇ ਇੱਕ ਵੱਡੇ ਸਨਮਾਨਿਤ ਅਫਸਰ ਰਹਿ ਚੁੱਕੇ ਸਨ। ਉਹਨਾਂ ਦਾ ਫੌਜੀ ਪਿਛੋਕੜ ਇਹੀ ਤਾਂ ਇਸ ਕਹਾਣੀ ਦਾ ਸਭ ਤੋਂ ਦਿਲਚਸਪ ਪਹਿਲੂ ਹੈ। ਇਸ ਨੂੰ ਇੰਜ ਸਮਝੋ, ਇੱਕੋ ਬੰਦਾ ਪਰ ਪਛਾਣਾ ਦੋ। ਇੱਕ ਪਾਸੇ ਉਹ ਬ੍ਰਿਟਿਸ਼ ਸਾਮਰਾਜ ਦਾ ਵਫਾਦਾਰ ਸੂਬੇਦਾਰ ਹੈ ਜਿਸ ਨੇ ਸਨਮਾਨ ਤੇ ਤਗਮੇ ਕਮਾਏ ਨੇ। ਦੂਜੇ ਪਾਸੇ ਉਹ ਇੱਕ ਅਕਾਲੀ ਆਗੂ ਹੈ ਜੋ ਉਸੇ ਸਾਮਰਾਜ ਦੇ ਖਿਲਾਫ ਆਪਣੀ ਧਰਮ ਦੀ ਆਜ਼ਾਦੀ ਲਈ ਲੜ ਰਿਹਾ। ਸੋਚੋ ਕਿੰਨੀ ਵੱਡੀ ਕਸ਼ਮਕਸ਼ ਹੋਵੇਗੀ। ਤੇ ਜਦੋਂ ਉਹਨਾਂ ਨੇ ਆਪਣੇ ਵਰਗੇ ਹੋਰ ਸਾਬਕਾ ਫੌਜੀਆਂ ਦਾ ਇੱਕ ਪੂਰਾ ਜੱਥਾ ਲੈ ਕੇ ਮੋਰਚੇ 'ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਤਾਂ ਇਹ ਫੈਸਲਾ ਇਤਿਹਾਸਿਕ ਬਣ ਗਿਆ। ਪਰ ਸਵਾਲ ਇਹ ਹੈ ਕਿ ਇਹ ਵਿਰੋਧ ਹੋ ਕਿਵੇਂ ਰਿਹਾ ਸੀ? ਤਰੀਕਾ ਕੀ ਸੀ? ਯਕੀਨ ਮੰਨਿਓ, ਅਕਾਲੀਆਂ ਦਾ ਤਰੀਕਾ ਇੰਨਾ ਅਨੋਖਾ ਤੇ ਅਨੁਸ਼ਾਸਿਤ ਸੀ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਇਹ ਇੱਕ ਰੋਜ਼ਾਨਾ ਦਾ ਕੰਮ ਬਣ ਗਿਆ ਸੀ। ਸਭ ਤੋਂ ਪਹਿਲਾਂ ਇੱਕ ਜਥਾ ਤਿਆਰ ਹੁੰਦਾ, ਫਿਰ ਸਾਰੇ ਇਕੱਠੇ ਹੋ ਕੇ ਅਰਦਾਸ ਕਰਦੇ, ਸਹੁੰ ਚੁੱਕਦੇ ਕਿ ਕੁਝ ਵੀ ਹੋ ਜਾਵੇ, ਹੱਥ ਨਹੀਂ ਚੁੱਕਣਾ। ਫਿਰ ਸ਼ਾਂਤੀ ਨਾਲ ਗੁਰਦੁਆਰੇ ਵੱਲ ਤੁਰ ਪੈਂਦੇ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਅੱਗੇ ਕੀ ਹੋਣਾ ਹੈ। ਬੇਰਹਿਮ ਕੁੱਟਮਾਰ, ਬਿਨਾਂ ਹੱਥ ਚੁੱਕੇ ਇਹ ਸਭ ਸਹਿਣ ਲਈ ਜਿਹੜਾ ਜਿਗਰਾ ਚਾਹੀਦਾ, ਉਹਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਇੱਕ ਪਾਸੇ ਸੀ ਅਹਿੰਸਾ, ਦੂਜੇ ਪਾਸੇ ਸਰਕਾਰੀ ਜ਼ੁਲਮ। ਮਿਸਟਰ ਬੀਟੀ, ਜੋ ਪੁਲਿਸ ਦੀ ਕਮਾਨ ਸੰਭਾਲ ਰਿਹਾ ਸੀ, ਉਹਨੇ ਬੇਰਹਿਮੀ ਦੀ ਹੱਦ ਕਰ ਦਿੱਤੀ। ਜਵਾਬ 'ਚ ਸਿਰਫ ਤੇ ਸਿਰਫ ਡਾਂਗਾ ਵਰਾਈਆਂ ਜਾਂਦੀਆਂ ਸਨ। ਇੱਥੋਂ ਹੀ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕੌਣ ਸਹੀ ਹੈ ਤੇ ਕੌਣ ਗਲਤ। ਖੈਰ, ਜਿਸ ਕੰਮ ਨੂੰ ਅਕਾਲੀ ਧਰਮ ਦੀ ਸੇਵਾ ਮੰਨ ਰਹੇ ਸਨ, ਉਸੇ ਨੂੰ ਬ੍ਰਿਟਿਸ਼ ਸਾਮਰਾਜ ਨੇ ਗੱਦਾਰੀ ਦਾ ਨਾਂ ਦਿੱਤਾ, ਤੇ ਗੱਦਾਰੀ ਦੀ ਸਜ਼ਾ ਉਹ ਤਾਂ ਬਹੁਤ ਭਿਆਨਕ ਸੀ। ਚਲੋ ਦੇਖੀਏ, ਗੰਡਾ ਸਿੰਘ ਤੇ ਉਹਨਾਂ ਦੇ ਸਾਥੀ ਫੌਜੀਆਂ ਨੂੰ ਇਸ ਦੀ ਕੀ ਕੀਮਤ ਚੁਕਾਉਣੀ ਪਈ। ਸਜ਼ਾ ਸਿਰਫ ਜੇਲ੍ਹ ਨਹੀਂ ਸੀ, ਉਹਨਾਂ ਨੂੰ ਮੁਲਤਾਨ ਤੇ ਕੈਂਬਲਪੁਰ ਵਰਗੀਆਂ ਸਖਤ ਜੇਲ੍ਹਾਂ 'ਚ ਸੁੱਟਿਆ ਗਿਆ, ਜਿੱਥੇ ਤਸ਼ੱਦਦ ਦੀਆਂ ਖ਼ਬਰਾਂ ਆਮ ਸਨ। ਪਰ ਅਸਲ ਹਮਲਾ ਤਾਂ ਉਹਨਾਂ ਦੀ ਇੱਜ਼ਤ ਤੇ ਕੀਤਾ ਗਿਆ। ਉਹਨਾਂ ਦੀ ਸਾਰੀ ਉਮਰ ਦੀ ਕਮਾਈ ਯਾਨੀ ਫੌਜੀ ਪੈਨਸ਼ਨਾਂ ਉਹ ਜ਼ਬਤ ਕਰ ਲਈਆਂ। ਫੌਜ 'ਚ ਸੇਵਾ ਬਦਲੇ ਮਿਲੀਆਂ ਜ਼ਮੀਨਾਂ ਵੀ ਖੋਹ ਲਈਆਂ। ਮਕਸਦ ਸਾਫ਼ ਸੀ, ਇਹਨਾਂ ਦੀ ਆਰਥਿਕ ਤੌਰ ਤੇ ਕਮਰ ਤੋੜ ਦਿਓ ਤੇ ਇਹਨਾਂ ਦੀ ਅਣਖ ਨੂੰ ਝੁਕਾ ਦਿਓ। ਠੀਕ ਹੈ, ਇਹ ਤਾਂ ਹੋ ਗਈ ਘਟਨਾ ਦੀ ਗੱਲ। ਪਰ ਹੁਣ ਥੋੜਾ ਪਿੱਛੇ ਹਟ ਕੇ ਵੱਡੀ ਤਸਵੀਰ ਦੇਖਦੇ ਹਾਂ। ਇਸ ਇੱਕ ਮੋਰਚੇ ਨੇ ਭਾਰਤ ਦੇ ਇਤਿਹਾਸ ਤੇ ਕਿਹੜੇ 3 ਵੱਡੇ ਤੇ ਪੱਕੇ ਅਸਰ ਛੱਡੇ? ਇਸ ਦੇ ਨਤੀਜੇ ਸੱਚਮੁੱਚ ਬਹੁਤ ਦੂਰ ਤੱਕ ਗਏ। ਪਹਿਲੀ ਗੱਲ, ਬ੍ਰਿਟਿਸ਼ ਰਾਜ ਦੀ ਨੀਂਹ ਹਿਲ ਗਈ। ਉਹਨਾਂ ਨੂੰ ਸਮਝ ਆ ਗਿਆ ਕਿ ਸਿੱਖ ਫੌਜੀ, ਜਿਨ੍ਹਾਂ ਦੀ ਵਫਾਦਾਰੀ ਤੇ ਉਹ ਇੰਨਾ ਮਾਣ ਕਰਦੇ ਸਨ, ਹੁਣ ਅੱਖਾਂ ਬੰਦ ਕਰਕੇ ਹਰ ਹੁਕਮ ਨਹੀਂ ਮੰਨਣਗੇ। ਦੂਜਾ, ਪੂਰੇ ਦੇਸ਼ ਨੇ ਅਹਿੰਸਾ ਦੀ ਤਾਕਤ ਦੇਖੀ। ਇਸ ਮੋਰਚੇ ਨੇ ਸਾਬਿਤ ਕਰ ਦਿੱਤਾ ਕਿ ਸ਼ਾਂਤੀਮਈ ਰਹਿ ਕੇ ਵੀ ਵੱਡੀ ਤੋਂ ਵੱਡੀ ਤਾਕਤ ਨੂੰ ਚੁਕਾਇਆ ਜਾ ਸਕਦਾ ਹੈ। ਤੇ ਤੀਜਾ ਤੇ ਸਭ ਤੋਂ ਵੱਡਾ, ਇਸੇ ਸੰਘਰਸ਼ ਦੀ ਕੁੱਖ 'ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ SGPC ਦਾ ਜਨਮ ਹੋਇਆ, ਜਿਸ ਨੇ ਗੁਰਦੁਆਰਿਆਂ ਦਾ ਪ੍ਰਬੰਧ ਹਮੇਸ਼ਾ ਲਈ ਬਦਲ ਦਿੱਤਾ। ਇੱਕ ਅੰਗਰੇਜ਼ ਸਨ, C.F. ਐਂਡਰੂਜ਼।
ਉਹਨਾਂ ਨੇ ਇਹ ਸਭ ਆਪਣੀ ਅੱਖੀਂ ਦੇਖਿਆ। ਉਹਨਾਂ ਨੇ ਲਿਖਿਆ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਕਿਵੇਂ ਅਰਦਾਸ ਕਰਦੇ ਹੋਏ ਬਹਾਦਰ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਉਹ ਅੱਗੋਂ ਇੱਕ ਉਂਗਲ ਵੀ ਨਹੀਂ ਚੁੱਕ ਰਹੇ, ਤਾਂ ਉਹੀ ਪਲ ਸੀ ਜਦੋਂ ਬ੍ਰਿਟਿਸ਼ ਰਾਜ ਨੇ ਆਪਣਾ ਨੈਤਿਕ ਹੱਕ ਗੁਆ ਦਿੱਤਾ ਸੀ। ਮਤਲਬ ਕਿ ਹਿੰਸਾ ਦੇ ਸਾਹਮਣੇ ਅਹਿੰਸਾ ਦੀ ਇੱਕ ਵੱਡੀ ਜਿੱਤ ਹੋਈ। ਤਾਂ ਫਿਰ ਅੰਤ 'ਚ ਗੁਰੂ ਕੇ ਬਾਗ ਦੀ ਇਹ ਕਹਾਣੀ ਸਾਡੇ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੀ ਹੈ ਕਿ ਵੱਡੀ ਤਾਕਤ ਕਿਹੜੀ ਹੈ, ਸਰਕਾਰੀ ਡਾਂਗ ਦੀ, ਸੱਤਾ ਦੀ ਤਾਕਤ, ਜਾਂ ਫਿਰ ਸੱਚ ਤੇ ਖੜੇ ਰਹਿਣ ਦੀ ਨੈਤਿਕ ਤਾਕਤ? ਇਹ ਸਵਾਲ 100 ਸਾਲ ਪਹਿਲਾਂ ਵੀ ਅਹਿਮ ਸੀ ਤੇ ਸ਼ਾਇਦ ਅੱਜ ਵੀ ਓਨਾ ਹੀ ਅਹਿਮ ਹੈ।